ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਸਾਹਿਬੇ ਕਮਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਾਵਨ ਬਾਣੀ ਦਾ ਓਟ ਆਸਰਾ ਰੱਖ ਕੇ ਦੁਨੀਆ ਦਾ ਹਰ ਇੱਕ ਸਿੱਖ ਆਪਣਾ ਹਰ ਇੱਕ ਕਾਰਜ ਕਰਦਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਪਣਾ ਸੀਸ ਨਵਾਈਏ। ਕਲਗੀਧਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਖਾਲਸਾ ਪੰਥ ਨੂੰ ਰੂਹਾਨੀ ਫਤਿਹ ਦੇ ਨਾਲ ਆਪਣੀ ਸਾਂਝ ਪਾਈਏ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਵਿੱਤਰ ਪਾਵਨ ਬਾਣੀ ਹੈ ਜਪਜੀ ਸਾਹਿਬ, ਜਿਹਦੀ 7ਵੀਂ ਪੌੜੀ ਦੀ ਵਿਚਾਰ ਵਾਸਤੇ ਅੱਜ ਅਸੀਂ ਸਾਰੇ ਜੁੜੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਪੌੜੀ ਦੇ ਵਿੱਚ ਇੱਕ ਐਸੇ ਸ਼ਖਸ ਦਾ ਜ਼ਿਕਰ ਕੀਤਾ ਹੈ, ਇੱਕ ਐਸੇ ਬੰਦੇ ਦੀ ਗੱਲ ਕੀਤੀ ਹੈ ਜਿਹੜੇ ਬੰਦੇ ਨੂੰ ਦੁਨੀਆ ਦਾ ਹਰ ਇੱਕ ਸੁੱਖ ਆਰਾਮ ਪ੍ਰਾਪਤ ਹੋਇਆ ਹੈ, ਜਿਹਦੀ ਦੁਨੀਆ ਭਰ ਦੇ ਵਿੱਚ ਵਡਿਆਈ ਹੋ ਰਹੀ ਹੈ। ਦੁਨੀਆ ਦਾ ਹਰ ਇੱਕ ਬੰਦਾ ਉਹਦੀ ਇੱਕ ਆਵਾਜ਼ ਦੇ ਨਾਲ ਤੁਰਨ ਨੂੰ ਵੀ ਤਿਆਰ ਹੋ ਜਾਂਦਾ ਹੈ ਤੇ ਉਮਰ ਵੀ ਉਹਦੀ ਬਹੁਤ ਜ਼ਿਆਦਾ ਲੰਬੀ ਹੋਵੇ। ਦੁਨੀਆ ਦੇ ਹਰ ਇੱਕ ਸੁੱਖ ਰੰਗ ਮਾਣਦਾ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਰ ਜੇਕਰ ਉਹ ਬੰਦਾ ਪਰਮਾਤਮਾ ਨੂੰ ਹੀ ਭੁੱਲ ਜਾਏ, ਜਿਹਨੇ ਉਹਨੂੰ ਪੈਦਾ ਕੀਤਾ ਉਹਨੂੰ ਹੀ ਭੁੱਲ ਜਾਏ, ਉਹਨੂੰ ਹੀ ਵਿਸਾਰ ਦਏ, ਤਾਂ ਕੀ ਉਹ ਇਨਸਾਨ ਪਰਮਾਤਮਾ ਦੀ ਨਿਗਾਹ ਦੇ ਵਿੱਚ ਕਬੂਲ ਹੋ ਸਕਦਾ ਹੈ? ਤੇ ਇਹਦਾ ਜਵਾਬ ਨਾ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਪਹਿਲਾਂ ਤਾਂ ਲੰਮੀ ਉਮਰ ਦੀ ਗੱਲ ਕਰਦੇ ਨੇ। ਸ਼ਾਇਦ ਹੀ ਹੈ ਦੁਨੀਆ ਵਿੱਚ ਕੋਈ ਐਸਾ ਇਨਸਾਨ ਜਿਹੜਾ ਇਹ ਨਾ ਚਾਹੁੰਦਾ ਹੋਵੇ ਵੀ ਮੇਰੀ ਲੰਮੀ ਉਮਰ ਹੋਣੀ ਚਾਹੀਦੀ ਹੈ, ਮੈਂ ਬਹੁਤ ਜ਼ਿਆਦਾ ਲੰਮੀ ਉਮਰ ਦਾ ਮਾਲਕ ਹੋਣਾ ਚਾਹੀਦਾ। ਕਿਉਂਕਿ ਮਰਨ ਦਾ ਕਿਸੇ ਵੀ ਇਨਸਾਨ ਦਾ ਦਿਲ ਨਹੀਂ ਕਰਦਾ। ਇਨਸਾਨ ਮੌਤ ਨੂੰ ਉਸ ਟਾਈਮ ਹੀ ਗਲੇ ਨਾਲ ਲਾਉਂਦਾ ਹੈ ਜਦੋਂ ਇਨਸਾਨ ਦੁਨੀਆ ਤੋਂ ਅੱਕਿਆ ਹੋਵੇ, ਥੱਕਿਆ ਹੋਵੇ, ਹਾਰਿਆ ਹੋਵੇ। ਨਹੀਂ ਤਾਂ ਦੁਨੀਆ ਛੱਡਣ ਨੂੰ ਕਿਹਦਾ ਦਿਲ ਕਰਦਾ ਹੈ? ਦੁਨੀਆ ਦਾ ਹਰ ਇੱਕ ਬੰਦਾ ਹੀ ਚਾਹੁੰਦਾ ਵੀ ਮੈਂ ਜੀਵਾਂ, ਵੱਧ ਤੋਂ ਵੱਧ ਇਸ ਸੰਸਾਰ ਵਿੱਚ ਜੀਵ ਕੇ ਜਾਵਾਂ। ਇੱਥੋਂ ਤੱਕ ਕਿ ਇਨਸਾਨ ਹੀ ਨਹੀਂ, ਪਸ਼ੂ ਪੰਛੀ ਜਾਨਵਰ ਸਾਰੇ ਹੀ ਵੱਧ ਤੋਂ ਵੱਧ ਉਮਰ ਜਿਉਣੀ ਚਾਹੁੰਦੇ ਨੇ। ਮੌਤ ਕੋਈ ਵੀ ਇਨਸਾਨ ਨਹੀਂ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਸਭ ਤੋਂ ਪਹਿਲਾਂ ਲੰਮੀ ਉਮਰ ਦੀ ਗੱਲ ਕਰਦੇ ਹੈ ਕਿ ਜੇ ਜੁਗ ਚਾਰੇ ਆਰਜਾ, ਆਰਜਾ ਦਾ ਮਤਲਬ ਹੁੰਦਾ ਹੈ ਉਮਰ, ਕਿ ਜੇਕਰ ਕਿਸੇ ਇਨਸਾਨ ਦੀ ਆਰਜਾ, ਕਿਸੇ ਇਨਸਾਨ ਦੀ ਉਮਰ 4 ਯੁੱਗਾਂ ਜਿੰਨੀ ਲੰਬੀ ਹੋ ਜਾਏ। ਹੁਣ 4 ਯੁੱਗ ਜਿਹਦਾ ਵਰਣਨ ਪੰਡਤ ਜਾਂ ਬ੍ਰਾਹਮਣ ਕਰਦੇ ਨੇ, ਲੱਖਾਂ ਸਾਲ ਬਣਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਇਨਸਾਨ ਦੀ ਉਮਰ 4 ਯੁੱਗਾਂ ਜਿੰਨੀ ਲੰਮੀ ਹੋ ਜਾਏ, ਭਾਵ ਕਿ ਕੋਈ ਇਨਸਾਨ ਇੰਨੀ ਦੇਰ ਤੱਕ ਇਸ ਧਰਤੀ ਤੇ ਜਿਉਂਦਾ ਰਹੇ, ਲੱਖਾਂ ਸਾਲ ਤੱਕ ਉਹ ਬੰਦਾ ਜਿਉਂਦਾ ਰਹੇ। ਹੋਰ ਦਸੂਣੀ ਹੋਏ ਤੇ ਜੇ ਇੱਥੇ ਹੀ ਗੱਲ ਖਤਮ ਨਹੀਂ, ਸੱਚੇ ਪਾਤਸ਼ਾਹ ਕਹਿੰਦੇ 10 ਗੁਣਾ ਹੋਰ ਲੰਮੀ ਹੋ ਜਾਏ। ਹੁਣ ਇੰਨੀ ਵੱਡੀ ਉਮਰ ਦਾ ਮਾਲਕ ਕੌਣ ਹੋ ਸਕਦਾ? ਕੋਈ ਵੀ ਇਨਸਾਨ ਸਦਾ ਲਈ ਇਸ ਸੰਸਾਰ ਵਿੱਚ, ਇਸ ਧਰਤੀ ਤੇ ਨਹੀਂ ਬਹਿ ਸਕਦਾ। ਇਹ 5 ਭੂਤਕ ਸਰੀਰ ਹੈ, ਇੱਕ ਨਾ ਇੱਕ ਦਿਨ ਤਾਂ ਇਹ ਖਤਮ ਹੋ ਜਾਣਾ। ਸਦਾ ਦੇ ਲਈ ਇਸ ਸੰਸਾਰ ਵਿੱਚ ਨਾ ਕੋਈ ਰਿਹਾ ਤੇ ਨਾ ਕਿਸੇ ਨੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਖੁਦ ਹੀ ਆਪਣੀ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਤੇ ਕਹਿੰਦੇ ਨੇ ਕਿ ਮਰਨਾ ਮੁੱਲਾ ਮਰਨਾ ਭੀ ਕਰਤਾਰੋਂ ਡਰਨਾ। ਕਿਹੜਾ ਆ ਜਿਹੜਾ ਸਦਾ ਲਈ ਇਸ ਸੰਸਾਰ ਵਿੱਚ ਰਹੇਗਾ?
ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਜੋ ਸਾਨੂੰ ਦਿਸਦਾ ਹੈ ਸਦਾ ਰਹਿਣ ਵਾਲਾ ਨਹੀਂ, ਪਰ ਇੱਕ ਚੀਜ਼ ਹਮੇਸ਼ਾ ਰਹਿੰਦੀ ਜਿਹਨੂੰ ਕਹਿੰਦੇ ਨੇ ਪ੍ਰਮਾਦ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ ਪਰਮੰਦ ਪੁੱਤੰ ਪ੍ਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭਯੰ। ਕੇਵਲ ਉਹ ਪਰਮਾਤਮਾ ਹੈ ਜਿਹੜਾ ਮਨ ਨੂੰ ਚੰਗਾ ਲੱਗਣ ਵਾਲਾ ਹੋਵੇ, ਜਿਹੜਾ ਅੰਮ੍ਰਿਤ ਦਾ ਦਾਤਾ ਹੈ, ਜਿਹਨੂੰ ਸਮਝਿਆ ਨਹੀਂ ਜਾ ਸਕਦਾ, ਜਿਹੜਾ ਸਾਰੀ ਕਾਇਨਾਤ ਦਾ ਸੱਚਾ ਮਾਲਕ ਹੈ, ਉਹ ਸੀ, ਉਹ ਹੈ, ਉਹ ਰਹੇਗਾ। ਪਰ ਬੰਦਾ ਕਦੇ ਨਹੀਂ ਰਹਿੰਦਾ। ਹੁਣ ਇਨਸਾਨ ਦਾ ਸੁਭਾਅ ਕੀ ਹੈ ਕਿ ਬੰਦਾ ਸਭ ਤੋਂ ਪਹਿਲਾਂ ਤਾਂ ਇਹ ਚਾਹੁੰਦਾ ਮੈਂ ਵੱਧ ਤੋਂ ਵੱਧ ਜੀਵਾਂ, ਔਰ ਖੁਦ ਦੀ ਲਾਈਫ ਬਚਾਉਣ ਵਾਸਤੇ ਬਹੁਤ ਵਾਰ ਇਨਸਾਨ ਕਿਸੇ ਦੂਸਰੇ ਦੀ ਲਾਈਫ ਵੀ ਖਰਾਬ ਕਰ ਦਿੰਦਾ ਹੈ। ਬਹੁਤ ਵਾਰ ਇਨਸਾਨ ਆਪਣੀ ਜ਼ਿੰਦਗੀ ਨੂੰ ਸੇਫ ਰੱਖਣ ਦੇ ਲਈ ਕਿਸੇ ਦੂਸਰੇ ਨੂੰ ਮਾਰਨ ਤੱਕ ਚਲਾ ਜਾਂਦਾ ਹੈ ਵੀ ਦੂਸਰਾ ਮਰ ਜਾਏ। ਵੇਖੋ, ਜਦੋਂ ਸਾਨੂੰ ਪਤਾ ਹੈ ਵੀ ਆਪਾਂ ਇਸ ਕਾਇਨਾਤ ਵਿੱਚ ਸਦਾ ਲਈ ਨਹੀਂ ਰਹਿਣਾ, ਇਸ ਦੁਨੀਆ ਵਿੱਚ ਹਮੇਸ਼ਾ ਲਈ ਨਹੀਂ ਰਹਿਣਾ, ਤੇ ਫਿਰ ਇਨਸਾਨ ਪਾਪ ਕਿਉਂ ਕਰਦਾ ਹੈ, ਮਾੜੇ ਕੰਮ ਕਿਉਂ ਕਰਦਾ ਹੈ, ਝੂਠ ਕਿਉਂ ਬੋਲਦਾ ਹੈ, ਕਿਸੇ ਦਾ ਬੁਰਾ ਕਿਉਂ ਕਰਦਾ ਹੈ। ਇੱਥੋਂ ਤੱਕ ਕਿ ਇਨਸਾਨ ਆਪਣੀ ਜ਼ਮੀਰ ਤੱਕ ਮਾਰ ਲੈਂਦਾ ਹੈ, ਆਪਣੀ ਜ਼ਮੀਰ ਦਾ ਸੌਦਾ ਤੱਕ ਕਰ ਲੈਂਦਾ ਹੈ, ਕੇਵਲ ਇਸ ਲਈ ਕਿ ਮੈਂ ਸੰਸਾਰ ਵਿੱਚ ਹਮੇਸ਼ਾ ਲਈ ਰਵਾਂ। ਉਹ ਤਾਂ ਤੂੰ ਰਹਿ ਨਹੀਂ ਸਕਦਾ। ਜਿੰਨੀ ਮਰਜ਼ੀ ਕੋਈ ਇਨਸਾਨ ਧਨ ਦੌਲਤ ਕਮਾ ਲਵੇ, ਜਿੰਨਾ ਮਰਜ਼ੀ ਰੁਤਬੇ ਦਾ ਮਾਲਕ ਹੋ ਜਾਏ, ਸਦਾ ਲਈ ਤਾਂ ਕਿਸੇ ਨੇ ਰਹਿਣਾ ਇਸ ਦੁਨੀਆ ਵਿੱਚ। ਮਾਈਕਲ ਜੈਕਸਨ ਵਰਗਾ ਗਾਇਕ ਜਿਹੜਾ ਕਿਸੇ ਟਾਈਮ ਇਸ ਧਾਰਨਾ ਬਣਾ ਕੇ ਬਹਿ ਗਿਆ ਵੀ ਮੈਂ 150 ਸਾਲ ਤੱਕ ਮਰਨਾ ਨਹੀਂ ਹੈ, ਵੀ ਮੈਂ ਜਿਉਂਦਾ ਰਵਾਂ 150 ਸਾਲ ਤੱਕ, ਆਖਰਕਾਰ ਕੀ ਹੋਇਆ ਕਿ ਉਹ 100 ਸਾਲ ਵੀ ਨਹੀਂ ਜੂ ਸਕਿਆ, ਪਹਿਲਾਂ ਹੀ ਉਹਦੀ ਮੌਤ ਆ ਗਈ। ਕਿੰਨੇ ਵੱਡੇ ਵੱਡੇ ਡਾਕਟਰ ਆਪਣੇ ਘਰ ਵਿੱਚ ਰੱਖਣ ਵਾਲਾ ਬੰਦਾ, ਹਰ ਵਕਤ ਬਿਮਾਰੀਆਂ ਤੋਂ ਬਚਣ ਵਾਲਾ ਬੰਦਾ, ਇੰਨੀ ਜ਼ਿਆਦਾ ਹਿਫਾਜ਼ਤ ਰੱਖਣ ਵਾਲਾ ਆਪਣੇ ਸਰੀਰ ਦੀ ਇਨਸਾਨ, ਉਹ ਵੀ ਇਸ ਸੰਸਾਰ ਦੇ ਵਿੱਚ 100 ਸਾਲ ਤੋਂ ਉੱਪਰ ਨਹੀਂ ਟੱਪ ਸਕਿਆ। ਦੁਨੀਆ ਦੇ ਵਿੱਚ ਹਮੇਸ਼ਾ ਲਈ ਕਿਸੇ ਇਨਸਾਨ ਨੇ ਨਹੀਂ ਰਹਿਣਾ। ਸੋ ਲੰਮੀ ਉਮਰ ਦੀ ਬਜਾਏ ਇਨਸਾਨ ਪਰਮਾਤਮਾ ਦੇ ਕੋਲ ਮੰਗ ਕਰੇ, ਹੇ ਪਰਮਾਤਮਾ ਜਿੰਨੀ ਵੀ ਤੂੰ ਉਮਰ ਬਖਸ਼ਿਸ਼ ਕੀਤੀ ਹੈ ਨਾ, ਉਹ ਅਣਖ ਨਾਲ ਬਤੀਤ ਹੋ ਜਾਏ, ਗੈਰਤ ਨਾਲ ਬਤੀਤ ਹੋ ਜਾਏ, ਕਿਤੇ ਸਾਡੀ ਜ਼ਮੀਰ ਨਾ ਮਰ ਜਾਏ। ਅਸੀਂ ਜ਼ਮੀਰ ਮਾਰ ਕੇ ਨਾ ਦੁਨੀਆ ਵਿੱਚ ਰਹੀਏ, ਆਪਣੀ ਜ਼ਮੀਰ ਦਾ ਸੌਦਾ ਕਰਕੇ ਦੁਨੀਆ ਵਿੱਚ ਨਾ ਰਹੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੂਨ ਹੈ ਸਾਹਿਬਜ਼ਾਦੇ, ਤੇ ਉਹ ਸਾਹਿਬਜ਼ਾਦੇ ਜਦੋਂ ਨੀਹਾਂ ਵਿੱਚ ਚਿਣੇ ਜਾਣ ਦਾ ਹੁਕਮ ਉਹਨਾਂ ਨੂੰ ਮਿਲਦਾ ਹੈ, ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਕਾਜੀ ਇਹ ਗੱਲ ਕਹਿੰਦਾ ਹੈ ਵੀ ਤੁਸੀਂ ਕਿਉਂ ਛੋਟੀ ਛੋਟੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰਨ ਲੱਗੇ ਹੋ। ਤੇ ਸਾਹਿਬਜ਼ਾਦੇ ਅੱਗੋਂ ਇਹ ਜਵਾਬ ਦਿੰਦੇ ਨੇ ਵੀ 100 ਸਾਲ ਜੀ ਕੇ ਵੀ ਤਾਂ ਮਰਨਾ ਹੀ ਹੈ। ਜੇ 100 ਸਾਲ ਵੀ ਜਿਉਂਦੇ ਰਵਾਂਗੇ ਤਾਂ ਵੀ ਤਾਂ ਮਰਨਾ ਹੀ ਹੈ ਇੱਕ ਦਿਨ। ਤੇ ਕਿਉਂ ਨਾ ਐਸੀ ਮੌਤ ਮਰ ਜਾਈਏ ਕਿ ਦੁਨੀਆ ਯਾਦ ਰੱਖੇ ਵੀ ਕੋਈ ਗੈਰਤ ਦੀ ਮੌਤ ਮਰ ਕੇ ਗਿਆ ਸੀ। ਜਾਨਵਰਾਂ ਦੀ ਮੌਤ ਤਾਂ ਕਈ ਵਾਰ ਇਨਸਾਨ ਮਰਦਾ ਹੀ ਹੈ, ਪਰ ਉਹਨੂੰ ਕੋਈ ਯਾਦ ਨਹੀਂ ਰੱਖਦਾ। ਪਰ ਸ਼ੇਰਾਂ ਦੀ ਮੌਤ ਮਰਨਾ ਚਾਹੀਦਾ ਹੈ, ਤੇ ਸ਼ੇਰਾਂ ਦੀ ਮੌਤ ਮਰਨ ਵਾਲੇ ਇਸ ਸੰਸਾਰ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਲੰਮੀ ਉਮਰ ਇੰਨੀ ਜ਼ਿਆਦਾ ਹੋਵੇ ਵੀ ਲੱਖਾਂ ਸਾਲ ਬੰਦਾ ਕੋਈ ਜਿਉਂਦਾ ਰਵੇ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਸਾਰੀ ਦੁਨੀਆ ਦੇ ਵਿੱਚ ਉਸ ਬੰਦੇ ਦਾ ਨਾਮ ਹੋਵੇ। ਨਵਾਂ ਖੰਡਾਂ ਭਾਵ ਸਾਰੀ ਕਾਇਨਾਤ ਦੀ ਗੱਲ ਕੀਤੀ ਹੈ ਵੀ ਸਾਰੀ ਕਾਇਨਾਤ ਦੇ ਵਿੱਚ ਉਸ ਬੰਦੇ ਦਾ ਨਾਮ ਲਿਆ ਜਾਂਦਾ ਹੋਵੇ, ਉਹਨੂੰ ਜਾਣਿਆ ਜਾਂਦਾ ਹੋਵੇ, ਉਹਦੀ ਇੱਜ਼ਤ ਹੋਵੇ, ਉਹਦੀ ਰਿਸਪੈਕਟ ਹੋਵੇ, ਨਾਲ ਚੱਲੇ ਸਭ ਕੋਏ, ਤੇ ਦੁਨੀਆ ਦਾ ਹਰ ਇੱਕ ਬੰਦਾ ਉਹਦੇ ਨਾਲ ਤੁਰਨ ਨੂੰ ਤਿਆਰ ਹੋ ਜਾਏ। ਪਰ ਸੱਚੇ ਪਾਤਸ਼ਾਹ ਅੱਗੇ ਇੱਕ ਕਮਾਲ ਦੀ ਗੱਲ ਕਹਿ ਗਏ ਨੇ ਜਿਹੜੀ ਸਾਡੀ ਸਮਝ ਵਿੱਚ ਆਉਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਚੰਗਾ ਨਾਮ ਖੱਟਿਆ ਹੋਵੇ ਉਸਨੇ ਇਸ ਦੁਨੀਆ ਦੇ ਵਿੱਚ, ਬੜੀ ਵਡਿਆਈ ਉਹਨੇ ਖੱਟੀ ਹੋਵੇ ਇਸ ਦੁਨੀਆ ਦੇ ਵਿੱਚ, ਪਰ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਜਸ ਕੀਰਤ ਜਗ ਲੇ। ਹਰ ਬੰਦਾ ਉਹਦੀ ਵਡਿਆਈ ਕਰਨ ਵਾਲਾ ਹੋਵੇ, ਉਹਦੀ ਕੀਰਤ ਗਾਉਣ ਵਾਲਾ ਹੋਵੇ, ਉਹਦੇ ਗੁਣ ਗਾਉਣ ਵਾਲਾ ਹੋਵੇ। ਮਾਲਕ ਜੀ ਕਹਿੰਦੇ ਨੇ ਜੇ ਤਿਸ ਨਦਰ ਨਾ ਆਇਆ ਬਈ ਤਾਂ ਬਾਤ ਨਾ ਪੁੱਛੈ ਕਿ। ਵੇਖੋ ਹੁਣ ਕਿੱਥੇ ਗੱਲ ਸਤਿਗੁਰੂ ਨੇ ਖਤਮ ਕੀਤੀ ਕਿ ਐਸਾ ਬੰਦਾ ਲੱਖਾਂ ਸਾਲ ਜਿਉਂਦਾ ਰਹਿਣ ਵਾਲਾ ਇਨਸਾਨ ਇਸ ਧਰਤੀ ਦੇ ਉੱਤੇ, ਜਿਹਦੀ ਹਰ ਇੱਕ ਬੰਦਾ ਵਡਿਆਈ ਕਰੇ, ਇੱਜ਼ਤ ਕਰੇ, ਮਾਣ ਕਰੇ, ਉਹਦੇ ਨਾਲ ਉੱਠ ਕੇ ਤੁਰਨ ਨੂੰ ਵੀ ਤਿਆਰ ਹੋਵੇ। ਪਰ ਜੇ ਤਿਸ ਨਦਰ ਨਾ ਆਵੀ, ਜੇ ਉਹ ਬੰਦਾ ਪਰਮਾਤਮਾ ਦੀ ਨਿਗਾਹ ਦੇ ਹੇਠ ਨਹੀਂ ਆਇਆ, ਜੇ ਉਹ ਬੰਦਾ ਰੱਬ ਦੀ ਨਿਗਾਹ ਦੇ ਹੇਠ ਨਹੀਂ ਆਇਆ, ਆਪਣੀ ਨਿਗਾਹ ਦੇ ਥੱਲੇ ਹਰ ਇਨਸਾਨ ਦੂਜੇ ਨੂੰ ਰੱਖਣਾ ਚਾਹੁੰਦਾ ਹੈ। ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਮੇਰੀ ਨਿਗਾਹ ਦੇ ਥੱਲੇ ਸਾਰਾ ਸੰਸਾਰ ਹੈ।
पर जे वो बंदा रब की निगाह के हेठा नहीं आया तो सतगुरु जी कहते हैं वात ना पुछे कि उस बंदे की रब की निगाह में इन्नी कु औकात होंदी है जिवें एक आम जे इंसान नूं कोई नहीं ना पुछदा। तो गुरु नानक साहब जी कहते हैं भावें पूरी दुनिया की धन दौलत का मालक होवे, शानो शौकत का मालक होवे, पूरी दुनिया का बादशाह होवे, बहुत लंबी उम्र का मालक होवे ते घर उहदे महलां वर्गे होण ते दुनिया का हर बंदा उहदे कदमां नूं चुमदा होवे, पर जेकर वह परमात्मा की निगाह के हेठ नहीं आया उस इंसान नूं परमात्मा कदे भी प्रवान नहीं करता। हुण रब की निगाह के हेठ आउण की गल इस पौड़ी दे विच है, जिहड़ी मेन गल है कि परमात्मा की निगाह के हेठ आया जाए। हुण अगली गल सुनियो, कीटां अंदर कीट ऐसे इंसान नूं, हुण इत्थे एक चीज़ नोट कर लियो कि आपां जिंदगी दे विच धन दौलत कमाउणी है, पैसा कमाउणा है, लोकां दी वडियाई कमाउणी है कि जां असीं गुरु नानक साहब की निगाह दे विच प्रवान चढ़ना है, की कमाउणा है असीं। मैनूं साहिब श्री गुरु अंगद सच्चे पातशाह महाराज की जिंदगी की गल याद आ गई। जिस टाइम गुरु अंगद साहिब सच्चे पातशाह एक बार जदों अजे भाई लहणा सन, सिख सन, तो गुरु नानक साहिब सच्चे पातशाह नूं मिलण वास्ते आए। इतिहासकार कहते हैं कि जदों सतगुरु जी मिलण वास्ते गुरु नानक साहब नूं आउंदे ने ते घर दे विच आके कहंदे ने भी बाबा जी कित्थे गए है, भाव गुरु नानक साहब जी कित्थे गए ने, माता सुलखनी जी नूं पुछदे ने। ते उस टाइम धन गुरु नानक सच्चे पातशाह महाराज अपने खेतों के विच हल वाह रहे हुंदे है। इतिहासकार कहते हैं कि गुरु नानक सच्चे पातशाह महाराज जिस टाइम खेतों में हुंदे ने ते भाई साहब भाई लहणा जी उस टाइम जा पहुँचते है खेतों के विच। माता सुलखनी जी उन्होंने कहते हैं भी सच्चे पातशाह महाराज तो खेतों के विच है, तुसीं उत्थे चले जाओ, मिल लोगे। जिस टाइम गुरु नानक साहब महाराज नूं मिलण वास्ते भाई लहणा जी जाते हैं तो की हुंदा है कि गुरु नानक साहब जी उस टाइम नदीन कढ़ रहे हुंदे ने, झोने की फसल लाई हुंदी, नदीन कढ़ रहे हुंदे ने। नदीन दियां सतगुरु जी दो पंडां बन्नदे ने ते एक पंड भाई लहणा दे सिर दे उत्ते रख दिंदे ने कि जेड़ा भाई लहणा उस टाइम बहुत बेशकीमती कपड़े पा के आया हुंदा है ਉਹਦੇ सिर के उत्ते पंड रखते हैं तो सारा का सारा जिहड़ा नदीन का चिक्कड़ हुंदा ना चो चो के भाई लहणे के कपड़िਆਂ उत्ते पै जांदा है, कपड़े सारे खराब हो जाते हैं। गुरु नानक सच्चे पातशाह महाराज इस टाइम भाई लहणे नूं नाल लैके आउंदे ने ते की माता जी की वेखदे ने कि इन्ने वधिया कपड़े पाए सारे ही खराब हो गए। सच्चे पातशाह नूं हस के माता सुलखनी जी कई कहंदे ने सच्चे पातशाह इन विचारे नूं बख्श देना सी, देखो किन्ने सोहणे कपड़े पाए सारे खराब हो गए। तो गुरु नानक साहब जी हस के अगों कहंदे ने कि भागां वालीए ये तेरे लिए चिक्कड़ होएगा पर मैनू तो कुछ होर जापदा है, ये तेरे लिए सिर दे उत्ते चिक्कड़ वाली पंड होएगी पर मैनू तो ये कुछ होर दिसदा है क्योंकि मैं लहणे दे अंदरों कुछ होर प्रगट करना है। इसलिए किसी उर्दू के शायरकार ने लिखे है, इश्क की भट्टी में डालकर जिस्म सोना कर दिया, लहणे से अंगद बना अंगद से अल्लाह कर दिया। हुण याद रखियो आपां खटना की है, की लैना है, गुरु की खुशी लैनी है कि जां भाई लहणा साडे वर्गा सियाणा हुंदा ते उस टाइम कह दिंदा कि महाराज पहलां मैनूं अपने कपड़े ला लैण दिओ फिर मैं जिहड़ा वो पंड चुकदा, जां मैं तां जी कदी नदीन दी पंड नहीं चक्की, जां जी मैं गारा क्यों अपने शरीर ते लवावां। अज दे जिहड़े बहुते सियाणे सिख हो गए हैं ना तो उन्हां दियां यही प्रॉब्लमां ने, हर चीज़ उत्ते तर्क करन लगे वो सोचते नहीं कि धर्म शरधा दे नाल चलदा है। ठीक है तर्क किसी हद तक हो सकती है पर शरधा बहुत जरूरी है। जिन्हों भाई साहब भाई संतोख सिंह चूड़ामणी ने लिखा है कि शरधा सिक्खी मूल महानी, बिन शरधा सिक्खी होए हानी, बिना मूल ते मुकत जे फल है, न प्राप्त होवत के थल है, शरधा ते और धर उपदेश पाए अचल सुख तजे कलेश। जे धर्म दे विच शरधा नहीं तो असीं बेकार हाँ, बेकार जीव रहे हाँ क्योंकि शरधा जड़ा होंदियां ने धर्म दियां जिन्हां दे उत्ते सारा दरख्त खड़दा है, फिर फल लगदे ने, फुल लगदे ने, खुशबू निकलदी है उहदे विचों। तो गुरु नानक साहब ने जिहड़ा एक सिक्खी का बूटा लाया ना भलिओ, उस बूटे दे नाल बड़े बड़े वधिया फुल लगे। भाई लहणा, गुरु अमरदास, उस उहदे नाल बाबा बुढ़ा साहब वर्गे फुल फल लगे सानू। भाई मनी सिंह, भाई मती दास, भाई सती दास, भाई दयाला, भाई तारू सिंह, बाबा बोता सिंह, बाबा गरजा सिंह, महाराजा रणजीत सिंह, सरदार हरी सिंह नलूआ, संत बाबा जरनैल सिंह भिंडरां वाले, भाई अमरीक सिंह आदक, ये सारे साडे फुल ने फल ने जिहड़े इस बूटे दे नाल लगे ते जिन्हां ने दुनिया दे विच रोशनी कीती।
ਜਿਨ੍ਹਾਂ ਨੇ ਆਪਣਾ ਜੀਵਨ ਵਾਰ ਕੇ ਕਿਸੇ ਦੂਸਰੇ ਦੇ ਲਈ ਸਾਨੂੰ ਜਿਉਣਾ ਸਿਖਾਇਆ। ਲੰਮੀ ਉਮਰ ਦੀ ਚਾਹਨਾ ਨਹੀਂ ਹੈ ਸਿੱਖ ਨੂੰ। ਸਿੱਖ ਨਹੀਂ ਚਾਹੁੰਦਾ ਵੀ ਲੰਮੀ ਉਮਰ ਮਿਲੇ, ਵੀ ਮੈਂ ਬਹੁਤ ਲੰਮੀ ਉਮਰ ਦਾ ਮਾਲਕ ਬਣ ਜਾਵਾਂ। ਸਿੱਖ ਕਹਿੰਦਾ ਹੈ ਕਿ ਮਾਲਕਾ ਮੇਰੇ ਤੇ ਕਿਰਪਾ ਕਰੀ, ਤੇਰੇ ਨਾਮ ਦੀ ਦਾਤ ਮੈਨੂੰ ਚਾਹੀਦੀ ਹੈ। ਕਿੱਥੇ ਭਾਈ ਤਿਲਕਾ ਜੀ ਵਰਗੇ ਸਿੱਖ ਜਿਹੜੇ ਗੜਸ਼ੰਕਰ ਦੇ ਵਿੱਚ ਰਹਿਣ ਵਾਲੇ, ਇੱਕ ਜੋਗੀ ਜਦੋਂ ਆ ਕੇ ਉਹਨਾਂ ਨੂੰ ਇਹ ਗੱਲ ਕਹਿੰਦਾ ਹੈ ਕਿ ਦਰਵਾਜ਼ਾ ਖੜਕਾ ਕੇ ਵੀ ਮੇਰੇ ਦਰਸ਼ਨ ਕਰ ਲੈ, ਮੈਂ ਤੈਨੂੰ 2 ਸਾਲ ਦਾ ਸਵਰਗ ਦੇਣ ਨੂੰ ਤਿਆਰ ਹਾਂ, ਕਿਉਂਕਿ ਮੈਨੂੰ ਵਰਦਾਨ ਹੈ ਸ਼ਿਵ ਦਾ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਸਵਰਗ ਦੀ ਪ੍ਰਾਪਤੀ ਹੋਏਗੀ। ਤੇ ਭਾਈ ਤਿਲਕਾ ਜੀ ਇਹ ਗੱਲ ਕਹਿ ਕੇ ਉਹਨੂੰ ਤੋਰ ਦੇਣੇ, ਮੈਨੂੰ ਨਾ ਤੂੰ ਚਾਹੀਦਾ ਹੈ ਤੇ ਨਾ ਮੈਨੂੰ ਕਿਸੇ ਅਵਤਾਰ ਦੀ ਲੋੜ ਹੈ ਤੇ ਨਾ ਮੈਨੂੰ ਕਿਸੇ ਸਵਰਗ ਦੀ ਲੋੜ ਹੈ। ਮੈਂ ਕਿਸੇ ਨਕਲੀ ਸਵਰਗ ਦੀ ਲੋੜ ਨਹੀਂ ਰੱਖਦਾ, ਮੈਨੂੰ ਤਾਂ ਜਿਉਂਦੇ ਜੀ ਸਵਰਗ ਦੀ ਪ੍ਰਾਪਤੀ ਹੋ ਚੁੱਕੀ ਹੈ। ਕਿਹੜਾ? ਮੈਨੂੰ ਤਾਂ ਮੇਰੇ ਸਤਿਗੁਰੂ ਦੇ ਚਰਨ ਹੀ ਸਵਰਗ ਲੱਗਦੇ ਨੇ, ਮੈਂ ਹੋਰ ਕਿੱਥੇ ਜਾਵਾਂ। ਐਸੇ ਸਿੱਖ, ਇਹੋ ਜਿਹੇ ਸਿੱਖ, ਉਹ ਜਿਨ੍ਹਾਂ ਦੀ ਭਾਵਨਾ ਸਿਰਫ ਇੰਨੀ ਹੈ ਵੀ ਅਸੀਂ ਮਾਣ ਇੱਜ਼ਤ ਸਤਿਕਾਰ ਨਾਲ ਜਿਉ ਕੇ ਇਸ ਸੰਸਾਰ ਵਿੱਚ ਜਾਈਏ। ਸੱਚੇ ਪਾਤਸ਼ਾਹ ਕਹਿੰਦੇ ਕੀਟਾਂ ਅੰਦਰ ਕੀਟ, ਪਰਮਾਤਮਾ ਉਸ ਬੰਦੇ ਨੂੰ ਜਿਹੜਾ ਇੰਨਾ ਕੁਝ ਪ੍ਰਾਪਤ ਹੋ ਜਾਣ ਦੇ ਬਾਵਜੂਦ ਵੀ ਰੱਬ ਦੀ ਨਿਗਾਹ ਦੇ ਹੇਠ ਨਹੀਂ ਪਲਦਾ, ਰੱਬ ਨੂੰ ਟਿੱਚ ਕਰਕੇ ਜਾਣਦਾ ਹੈ। ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਜੀ? ਕੀਟਾਂ ਅੰਦਰ ਕੀਟ, ਪਰਮਾਤਮਾ ਉਸ ਬੰਦੇ ਨੂੰ ਕੀੜਿਆਂ ਦੇ ਵਿੱਚੋਂ ਵੀ ਛੋਟਾ ਕੀੜਾ ਸਮਝਦਾ ਹੈ। ਰੱਬ ਦੀ ਨਿਗਾਹ ਦੇ ਵਿੱਚ ਉਹ ਕੀੜੇ ਦੇ ਸਮਾਨ ਬੰਦਾ ਹੈ। ਵਾਤ ਨਾ ਪੁੱਛਿਆ ਕੇਤ ਦਾ ਆਪਾਂ ਗੱਲ ਕਰ ਲਈ ਨਾ ਵੀ ਉਹਦੀ ਕਿਸੇ ਨੇ ਰਿਸਪੈਕਟ ਨਹੀਂ ਕਰਨੀ, ਭਾਵ ਕਿ ਰੱਬ ਦੀ ਨਿਗਾਹ 'ਚ ਕੋਈ ਰਿਸਪੈਕਟ ਨਹੀਂ। ਪਰ ਮਾਲਕ ਕਹਿੰਦੇ ਨੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹ ਬੰਦਾ ਰੱਬ ਦੀ ਨਿਗਾਹ ਵਿੱਚ ਜਿੱਥੇ ਇੱਕ ਛੋਟਾ ਜਿਹਾ ਕੀੜਾ ਹੈ, ਉੱਥੇ ਰੱਬ ਦੀ ਦਰਗਾਹ ਦੇ ਵਿੱਚ, ਰੱਬ ਦੀ ਨਿਗਾਹ ਦੇ ਵਿੱਚ ਉਸ ਬੰਦੇ ਨੂੰ ਨਾਮ ਭੁੱਲਣ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ। ਜਿਹੜਾ ਬੰਦਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਪਾ ਕੇ ਹੀ ਰੱਬ ਨੂੰ ਭੁੱਲ ਗਿਆ, ਐਸੇ ਬੰਦੇ ਨੂੰ ਪਰਮਾਤਮਾ ਪ੍ਰਵਾਨ ਨਹੀਂ ਕਰਦਾ, ਉਸ ਬੰਦੇ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਦਾਗ ਦੋਸ਼ ਮੋਹ ਚਲਿਆ ਲਾਏ, ਦਰਗਾਹ ਬੈਸਨ ਨਾ ਹੀ ਜਾਏ। ਉਹ ਦੋਸ਼ੀ ਹੁੰਦਾ ਹੈ। ਤੇ ਅਸੀਂ ਹੁਣ ਕੀ ਪ੍ਰਾਪਤ ਕਰਨਾ ਹੈ ਆਪਣੇ ਸਤਿਗੁਰੂ ਤੋਂ? ਅਸੀਂ ਗੁਰੂ ਦੇ ਕੋਲੋਂ ਕੀ ਮੰਗਣਾ ਵੀ ਸੱਚਿਆ ਪਾਤਸ਼ਾਹ ਕਿਰਪਾ ਕਰੀ, ਅਸੀਂ ਭਾਵੇਂ ਛੋਟੀ ਉਮਰ ਜੀਏ, ਭਾਵੇਂ 2 ਸਾਲ 4 ਸਾਲ 20 ਸਾਲ ਜੀਏ, ਪਰ ਕਿਰਪਾ ਕਰੀ ਅਣਖ ਗੈਰਤ ਨਾਲ ਜਿਉਂਦੇ ਰਹੀਏ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ। ਸਾਡਾ ਰੱਬ ਇਦਾਂ ਦਾ ਹੈ। ਨਾਨਕ ਹੈ ਨਾਨਕ ਨਿਰਗੁਣ ਗੁਣ ਕਰੇ। ਜਿਹੜੇ ਮੂਰਖ ਨੇ ਉਹਨਾਂ ਦੇ ਵਿੱਚ ਵੀ ਗੁਣ ਪੈਦਾ ਕਰ ਸਕਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿੱਥੇ ਸਿਆਣਿਆਂ ਨੂੰ ਹੋਰ ਗੁਣ ਦੇ ਕੇ ਸਿਆਣੇ ਬਣਾਉਂਦਾ ਹੈ, ਉੱਥੇ ਮੂਰਖਾਂ ਦੇ ਅੰਦਰ ਵੀ ਗੁਣ ਪੈਦਾ ਕਰ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਮੈਨੂੰ ਇਹੋ ਜਿਹਾ ਪਰਮਾਤਮਾ ਕਦੇ ਪ੍ਰਾਪਤ ਹੀ ਨਹੀਂ ਹੋਇਆ, ਕਦੇ ਦਿਸਿਆ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ ਮੈਨੂੰ ਇਹੋ ਜਿਹਾ ਪਰਮਾਤਮਾ। ਭਾਵ ਰੱਬ ਵਰਗਾ ਮੈਨੂੰ ਕੋਈ ਹੋਰ ਦਿਸਦਾ ਹੀ ਨਹੀਂ, ਜਿਹੜਾ ਸਾਰਿਆਂ ਦੇ ਅੰਦਰ ਗੁਣ ਪੈਦਾ ਕਰ ਦਿੰਦਾ ਹੋਵੇ, ਜਿਹੜਾ ਮੂਰਖਾਂ ਨੂੰ ਵੀ ਸਿਆਣੇ ਬਣਾ ਦਿੰਦਾ ਹੋਵੇ। ਕਿਤੇ ਇਹੋ ਜਿਹੇ ਪਰਮਾਤਮਾ ਦੇ ਪਾਵਨ ਚਰਨਾਂ ਨਾਲ ਜੁੜੀਏ ਅਸੀਂ। ਯਾਦ ਰੱਖਿਓ, ਅਖੀਰ ਵਿੱਚ ਮੈਂ ਬੇਨਤੀ ਕਰ ਦਵਾਂ, ਪਰਮਾਤਮਾ ਦੇ ਕੋਲ ਲੰਮੀ ਉਮਰ ਦੀ ਦਾਤ ਨਾ ਮੰਗੀਏ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਾਲਕਾ ਰਹਿਮਤ ਕਰੀ, ਜਿੰਨੀ ਵੀ ਉਮਰ ਦਿੱਤੀ ਹੈ ਨਾ, ਉਸ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਘੜੀ, ਇੱਕ ਇੱਕ ਸਵਾਸ ਤੇਰੇ ਪਾਵਨ ਚਰਨਾਂ ਦੇ ਵਿੱਚ ਬਤੀਤ ਹੋ ਜਾਏ, ਇੰਨਾ ਹੀ ਬਹੁਤ ਹੈ। ਸਾਨੂੰ ਲੰਮੀਆਂ ਉਮਰਾਂ ਨਹੀਂ ਚਾਹੀਦੀਆਂ, ਸਾਡਾ ਜੀਵਨ ਸਾਹਿਬਜ਼ਾਦਿਆਂ ਵਰਗਾ ਬਣ ਜਾਏ। ਛੋਟੀ ਜੀ ਉਮਰ ਬਤੀਤ ਕਰਕੇ ਚਲੇ ਗਏ, ਲੇਕਿਨ ਅੱਜ ਵੀ ਉਹ ਜਿਉਂਦੇ ਨੇ। ਯਾਦ ਰੱਖਿਓ, ਜਿਉਂਦਾ ਉਹੀ ਇਨਸਾਨ ਹੈ ਸੋ ਜੀਵਿਆ, ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਉਹ ਹਮੇਸ਼ਾ ਜਿਉਂਦੇ ਰਹਿੰਦੇ ਨੇ ਜਿਹੜੇ ਨਾਮ ਨਾਲ, ਬਾਣੀ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਦਾ ਜੀਵਨ ਅੰਦਰੋਂ ਤੇ ਬਾਹਰੋਂ ਗੁਰੂ ਨਾਨਕ ਦੇ ਪ੍ਰੇਮਾ ਭਗਤੀ ਦੇ ਨਾਲ ਓਤ-ਪੋਤ ਹੋਇਆ ਰਹਿੰਦਾ, ਰੰਗਿਆ ਰਹਿੰਦਾ। ਆਓ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਕਰੀਏ, ਜਿਨ੍ਹਾਂ ਨੇ ਸਾਨੂੰ ਐਸੀ ਮਿੱਠੜੀ ਪਾਵਨ ਬਾਣੀ ਦਿੱਤੀ, ਜਿਹਦੇ ਰਾਹੀਂ ਅਸੀਂ ਹਜ਼ਾਰਾਂ ਗੁਣ ਆਪਣੇ ਜੀਵਨ ਵਿੱਚ ਰੋਜ਼ਾਨਾ ਧਾਰਨ ਕਰਕੇ ਵੱਡਿਆਂ ਭਾਗਾਂ ਵਾਲੇ ਹੋ ਰਹੇ ਹਾਂ। ਭੁੱਲ ਚੁੱਕ ਦੀ ਖਿਮਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।